सत श्री अकाल जी सारिਆਂ ਨੂੰ। ਅੱਜ ਦੀ ਕਹਾਣੀ ਹੈ ਬਚਪਨ ਦਾ ਯਾਰ ਮੁੱਖਾ। ਪੰਜਾਬ ਵਿੱਚ ਇੱਕ ਸਮਾਂ ਇਹੋ ਜਿਹਾ ਵੀ ਆਇਆ ਜਿਸ ਵਿੱਚ ਖਾੜਕੂਆਂ ਦਾ ਬੋਲਬਾਲਾ ਸਮਝਿਆ ਜਾਂਦਾ ਸੀ। ਪਿੰਡਾਂ ਵਿੱਚ ਸਮਾਜ ਸੁਧਾਰ ਦੇ ਨਾਂ 'ਤੇ ਸਮਾਜ ਦੀਆਂ ਖਰਚੀਲੀਆਂ ਰਸਮਾਂ ਨੂੰ ਬੰਦ ਕਰਵਾਇਆ ਜਾ ਰਿਹਾ ਸੀ। ਵਿਆਹ 'ਤੇ ਆਏ ਬਰਾਤੀਆਂ ਦੀ ਗਿਣਤੀ 11 ਤੱਕ ਸੀਮਿਤ ਕਰਵਾਈ ਜਾ ਰਹੀ ਸੀ। ਵਿਆਹ ਸਮੇਂ ਬਣ ਰਹੇ ਖਾਣੇ ਦੀਆਂ ਦੇਗਾਂ ਦੇ ਢੱਕਣ ਚੁੱਕ ਕੇ ਵੇਖੇ ਜਾਂਦੇ ਸਨ। ਜੇਕਰ ਕਿਤੇ ਮੀਟ ਬਣ ਰਿਹਾ ਹੁੰਦਾ ਤਾਂ ਮੀਟ ਵਾਲੀ ਦੇਗ ਨੂੰ ਉਲਟਾ ਦਿੱਤਾ ਜਾਂਦਾ ਸੀ। ਸ਼ਰਾਬ ਕੱਢਣ ਵਾਲਿਆਂ ਦੀ ਛਿੱਤਰ ਪਰੇਡ ਹੋਣ ਲੱਗੀ। ਵਿਆਹਾਂ 'ਤੇ ਸ਼ਰਾਬ ਪਿਲਾਉਣੀ ਬਹੁਤ ਘੱਟ ਹੋ ਗਈ। ਉਹ ਵੀ ਕੇਵਲ ਸ਼ਹਿਰਾਂ ਦੇ ਪੈਲਸਾਂ ਵਿੱਚ ਹੀ ਥੋੜ੍ਹੀ ਬਹੁਤੀ ਲੁਕ ਛਿਪ ਕੇ ਪਿਆਈ ਜਾਂਦੀ ਸੀ। ਸ਼ਰਾਬੀਆਂ ਨੇ ਸ਼ਰਾਬ ਪੀ ਕੇ ਬਾਹਰ ਨਿਕਲਣਾ ਬੰਦ ਕਰ ਦਿੱਤਾ ਸੀ। ਚੌਥਿਆਂ, ਮਕਾਨਾਂ ਤੇ ਭੋਗਾਂ 'ਤੇ ਕੀਤਾ ਜਾਣ ਵਾਲਾ ਖਰਚਾ ਨਾ ਮਾਤਰ ਹੋ ਗਿਆ ਸੀ। ਪਿੰਡਾਂ ਵਿੱਚ ਪੁੱਛਾਂ ਦੇਣ ਵਾਲਿਆਂ, ਚੌਂਕੀਆਂ ਲਾਉਣ ਵਾਲਿਆਂ ਅਤੇ ਜੋਸ਼ੀਆਂ ਦੇ ਕੰਮ ਧੰਦੇ ਮੰਦੇ ਪੈ ਗਏ ਸਨ। ਕੁਝ ਨਵੇਂ ਢੰਗ ਦੇ ਪੁਜਾਰੀ ਪੈਦਾ ਹੋ ਚੁੱਕੇ ਸਨ ਅਤੇ ਉਹਨਾਂ ਨੇ ਆਪਣੇ ਢੰਗ ਤਰੀਕੇ ਨੂੰ ਨਵਾਂ ਰੂਪ ਦੇ ਦਿੱਤਾ ਸੀ। ਮੇਰਾ ਇੱਕ ਬਚਪਨ ਦਾ ਯਾਰ ਸੀ, ਨਾਮ ਸੀ ਮੁਖਤਾਰ। ਸਾਡੇ ਪਿੰਡ ਦੇ ਗੁਆਂਢ ਪਿੰਡ ਦਾ ਵਸਨੀਕ। ਸਾਰੇ ਉਸ ਨੂੰ ਉਸਦੇ ਛੋਟੇ ਨਾਂ ਮੁੱਖਾ ਕਹਿ ਕੇ ਬੁਲਾਉਂਦੇ। ਮੇਰੇ ਨਾਲ ਕਿਧਰੇ ਉਹ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਰਿਹਾ ਸੀ। ਘਰਦਿਆਂ ਦੀ ਅਣਗਹਿਲੀ ਕਾਰਨ ਕੇਵਲ ਚੌਥੀ ਜਮਾਤ ਵਿੱਚੋਂ ਹੀ ਪੜ੍ਹਨੋਂ ਹਟ ਗਿਆ। ਮੁੱਖੇ ਦਾ ਪਿਓ, ਜਿਹੜਾ ਵਿਰਾਸਤ ਵਿੱਚ ਮਿਲੀ 19-20 ਕਿੱਲੇ ਜ਼ਮੀਨ ਦਾ ਇਕੱਲਾ ਮਾਲਕ ਸੀ, ਇੱਕ ਵੈਲੀ ਕਿਸਮ ਦਾ ਬੰਦਾ ਸੀ। ਘਰੋਂ ਗਿਆ ਕਈ ਦਿਨ ਵਾਪਸ ਨਾ ਮੁੜਦਾ। ਮੰਡ ਲਾਗਲੇ ਪਿੰਡਾਂ ਵਿੱਚ ਆਪਣੇ ਵਰਗੇ ਯਾਰਾਂ ਦੋਸਤਾਂ ਨਾਲ ਸ਼ਿਕਾਰ ਖੇਡਦਾ ਰਹਿੰਦਾ। ਦਾਰੂ ਦੇ ਦੌਰ ਚੱਲਦੇ ਰਹਿੰਦੇ। ਵਾਹੀ ਬੀਜੀ ਵੀ ਕਰਨੀ ਹੈ, ਕੋਈ ਚੇਤਾ ਨਾ ਹੁੰਦਾ। ਮੁੱਖੇ ਦੇ ਪਰਿਵਾਰ ਵਿੱਚ ਮੁੱਖੇ ਦੀ ਮਾਂ ਸੀ ਅਤੇ 2 ਭਰਾ ਤੇ ਇੱਕ ਭੈਣ ਸੀ। ਸਾਰੇ ਹੀ ਬਾਲ ਵਰੀਸ ਸਨ। ਇਕੱਲੀ ਔਰਤ ਮੁੱਖੇ ਦੀ ਮਾਂ ਵਾਹੀ ਦਾ ਕੰਮ ਇਕੱਲੇ ਕਿਵੇਂ ਕਰਵਾ ਸਕਦੀ ਸੀ, ਸੋ ਘਰ ਵਿੱਚ ਗਰੀਬੀ ਹੀ ਰਹੀ। ਮੁੱਖੇ ਹੋਰੀਂ ਵੱਡੇ ਹੋਏ ਤਾਂ ਵੱਡੀ ਭੈਣ ਦੇ ਵਿਆਹ ਦਾ ਫਿਕਰ ਪਿਆ, ਪਰ ਮੁੱਖੇ ਦੇ ਪਿਓ ਨੂੰ ਕੋਈ ਫਿਕਰ ਨਹੀਂ ਸੀ। ਇਸ ਵਾਸਤੇ ਜਿਸ ਤਰ੍ਹਾਂ ਦਾ ਵੀ ਰਿਸ਼ਤਾ ਲੱਭਾ ਮਨਜ਼ੂਰ ਕਰ ਲਿਆ। ਵਿਆਹ ਵਾਸਤੇ ਰਸਦ ਪਾਣੀ ਲਈ ਰਕਮ ਦਾ ਫਿਕਰ ਆਉਣ ਲੱਗਾ। ਇਹ ਤਾਂ ਮੁੱਖਾ ਹੀ ਜਾਣਦਾ ਹੈ ਕਿ ਉਸ ਨੇ ਇਸ ਲਈ ਕਿਸ ਰਿਸ਼ਤੇਦਾਰ ਦੇ ਤਰਲੇ ਮਿੰਨਤਾਂ ਕਰਕੇ ਡੰਗ ਸਾਰਿਆ। ਪੂਰੀ ਪੁਣ ਛਾਣ ਨਾ ਹੋਣ ਕਾਰਨ ਅਤੇ ਦੂਸਰਾ ਜ਼ਿਲ੍ਹਾ ਹੋਣ ਕਾਰਨ ਇਹ ਰਿਸ਼ਤਾ ਵੀ ਠੀਕ ਨਾ ਨਿਕਲਿਆ ਅਤੇ 2 ਬੱਚਿਆਂ ਦੀ ਪੈਦਾਇਸ਼ ਤੋਂ ਬਾਅਦ ਭੈਣ ਨੂੰ ਖੁਦਕੁਸ਼ੀ ਕਰਨ 'ਤੇ ਮਜਬੂਰ ਹੋਣਾ ਪਿਆ। ਮੁੱਖੇ ਨੂੰ ਇੱਥੇ ਵੀ ਭਰਾ ਤੇ ਪਿਓ ਦਾ ਫਰਜ਼ ਨਿਭਾਉਣਾ ਪਿਆ। ਆੜ੍ਹਤੀਆਂ ਕੋਲੋਂ ਰਕਮ ਫੜ ਕੇ ਥਾਣੇ ਅਤੇ ਕਚਹਿਰੀਆਂ ਦੇ ਖਰਚੇ ਵੀ ਭੁਗਤਣੇ ਪਏ। ਇੱਧਰੋਂ ਇੱਕ ਮੁਸੀਬਤ ਹੋਰ ਪੈ ਗਈ। ਹੁਣ ਪਿਓ ਨੇ ਜ਼ਮੀਨ ਵੇਚਣੀ ਵੀ ਸ਼ੁਰੂ ਕਰ ਦਿੱਤੀ। ਜਦੋਂ ਕਿ 8-9 ਕਿੱਲੇ ਜ਼ਮੀਨ ਪਹਿਲਾਂ ਹੀ ਵਿਕ ਚੁੱਕੀ ਸੀ, ਜਦੋਂ ਮੁੱਖੇ ਹੋਰੀਂ ਅਜੇ ਬਾਲਕ ਹੀ ਸਨ। ਫਿਰ ਦੌਰ ਖਾੜਕੂਆਂ ਦਾ ਆ ਗਿਆ ਸੀ ਅਤੇ ਮੁੱਖੇ ਹੋਰੀਂ ਵੀ ਜਵਾਨ ਹੋ ਚੁੱਕੇ ਸਨ, ਪਰੰਤੂ ਪਿਓ ਦੀਆਂ ਆਦਤਾਂ ਉਹ ਹੀ ਰਹੀਆਂ। ਹੁਣ ਜਦੋਂ ਵੀ ਉਹਨਾਂ ਦਾ ਪਿਓ ਜ਼ਮੀਨ ਦਾ ਸੌਦਾ ਕਰਨ ਲੱਗਦਾ, ਮੁੱਖੇ ਹੋਰੀਂ ਕਿਸੇ ਖਾੜਕੂ ਕੋਲੋਂ ਖਰੀਦਦਾਰ ਨੂੰ ਦਬਕਾ ਮਰਵਾ ਦਿੰਦੇ। ਇਸ ਤਰ੍ਹਾਂ ਮੁੱਖੇ ਨੇ ਆਪਣੀ ਬਾਕੀ ਰਹਿੰਦੀ ਜ਼ਮੀਨ ਬਚਾ ਲਈ। ਹੁਣ ਮੁੱਖੇ ਹੋਰਾਂ ਨੇ ਨਵਾਂ ਹੀ ਕੰਮ ਆਪ ਵੀ ਕਰਨਾ ਸ਼ੁਰੂ ਕਰ ਦਿੱਤਾ। ਉਹ ਇਲਾਕੇ ਦੇ ਤਾਕਤਵਰ ਬੰਦਿਆਂ ਦੇ ਚੋਲੀ ਚੁੱਕ ਬਣ ਗਏ। ਸਵੇਰ ਤੋਂ ਗਏ, ਸ਼ਾਮ ਨੂੰ ਉਹ ਘਰ ਮੁੜਦੇ। ਵਾਹੀ ਜੋਤੀ ਦਾ ਕੰਮ ਰੱਬ ਆਸਰੇ ਹੀ ਰਿਹਾ। ਮੁੱਖੇ ਦਾ ਪਿਓ ਆਪਣੇ ਦੌਰਿਆਂ 'ਤੇ ਘਰੋਂ ਗਿਆ ਰਹਿੰਦਾ ਅਤੇ ਮੁੱਖੇ ਹੋਰੀਂ ਆਪਣੇ ਟੋਲਿਆਂ ਨਾਲ। ਮੁੱਖੇ ਦੀ ਸ਼ਾਇਦ ਆਪਣੀ ਮਜਬੂਰੀ ਸੀ ਕਿ ਇਲਾਕੇ ਦੇ ਬਦਮਾਸ਼ ਮੰਨੇ ਜਾਂਦੇ ਵਿਅਕਤੀਆਂ ਦੀ ਨਜ਼ਦੀਕੀ ਉਹਨਾਂ ਦੀ ਜ਼ਮੀਨ ਵਿਕਣੋਂ ਬਚਾ ਸਕਦੀ ਸੀ। ਇਹ ਉਸ ਦੀ ਆਪਣੀ ਸੋਚ ਸੀ।
ਮੁਖੇ ਦਾ ਵੱਡਾ ਭਰਾ ਸੀ ਸੁੱਖਾ, ਵਿਹਲੜ ਤੇ ਅਵਾਰਾ, ਪਿਓ ਦੇ ਪੂਰਨਿਆਂ ਤੇ ਚੱਲਣ ਵਾਲਾ। ਘਰੋਂ ਭੂਆ ਕਰ ਗਿਆ, ਕਈ ਦਿਨ ਘਰ ਨਾ ਪਰਤਿਆ। ਮੁਖੇ ਨੂੰ ਭਰਾ ਦੀ ਚਿੰਤਾ ਲੱਗੀ। ਇੱਕ ਦਿਨ ਮੇਰੇ ਪਾਸ ਆ ਕੇ ਕਹਿਣ ਲੱਗਾ, ਤੁਹਾਡੇ ਪਿੰਡ ਵਾਲਾ ਧਿਆਨਾ ਆਪਣਾ ਜਮਾਤੀ ਆ, ਉਹਦਾ ਵੱਡਾ ਭਰਾ ਕਰਮਾ ਨਿਹੰਗ, ਉਹ ਬਹੁਤ ਸਿਆਣਾ ਆ। ਚੰਡੀ ਅਤੇ ਚੌਪਈ ਦੇ ਪਾਠ ਕਰਕੇ ਉਸ ਕੋਲ ਅਜਿਹੀ ਸ਼ਕਤੀ ਆ ਗਈ ਹੈ ਕਿ ਉਹ ਜਿੱਥੇ ਵੀ ਹੁੰਦਾ ਹੈ ਉੱਥੋਂ ਚਾਰੇ ਪਾਸੇ 10-10 ਕਿਲੋਮੀਟਰ ਤੱਕ ਸਭ ਕੁਝ ਵੇਖ ਸਕਦਾ ਹੈ। ਇਸ ਘੇਰੇ ਵਿੱਚ ਜੋ ਵੀ ਗੱਲਬਾਤ ਹੋ ਰਹੀ ਹੁੰਦੀ ਹੈ ਉਸ ਨੂੰ ਸਭ ਸੁਣਾਈ ਦਿੰਦੀ ਹੈ। ਉਹ ਕਹਿੰਦਾ ਹੈ ਕਿ ਤੂੰ ਮੇਰੀ ਸਮੱਗਰੀ ਦਾ ਪ੍ਰਬੰਧ ਕਰ, ਮੈਂ ਚੰਡੀ ਤੇ ਆ ਕੇ ਤੇਰਾ ਗੁਆਚਾ ਭਰਾ ਲੱਭ ਦਿਆਂਗਾ। ਮੇਰੇ ਬਥੇਰੇ ਸਮਝਾਉਣ 'ਤੇ ਕਿ ਅਜਿਹੀਆਂ ਕੋਈ ਸ਼ਕਤੀਆਂ ਕਿਸੇ ਪਾਸ ਨਹੀਂ ਹੁੰਦੀਆਂ, ਉਹ ਨਾਰਾਜ਼ਗੀ ਜਿਹੀ ਨਾਲ ਉੱਠ ਕੇ ਘਰੋਂ ਬਾਹਰ ਚਲਾ ਗਿਆ। ਮੈਂ ਹਰ ਰੋਜ਼ ਬੱਸ ਪਕੜ ਕੇ ਪਿੰਡੋਂ ਸ਼ਹਿਰ ਨੌਕਰੀ 'ਤੇ ਜਾਂਦਾ ਸੀ। ਬੱਸ ਵਿੱਚ ਆਉਣ ਜਾਣ ਕਰਕੇ ਅਤੇ ਸ਼ਹਿਰ ਜਾਣ ਕਰਕੇ ਮੇਰਾ ਬਹੁਤ ਸਾਰੇ ਲੋਕਾਂ ਨਾਲ ਵਾਹ ਪੈਂਦਾ ਸੀ। ਵੈਸੇ ਵੀ ਤਾਂ ਖਾੜਕੂ ਲਹਿਰ ਵਾਲੇ ਲਗਭਗ ਸਾਡੀ ਉਮਰ ਦੇ ਅਤੇ ਸਾਡੇ ਇਲਾਕੇ ਦੇ ਹੀ ਤਾਂ ਹੁੰਦੇ ਸਨ। ਕਰਮੇ ਨਿਹੰਗ ਦਾ ਛੋਟਾ ਭਰਾ ਧਿਆਨਾ ਵੀ ਖਾੜਕੂ ਲਹਿਰ ਦੇ ਅਸਰ ਹੇਠ ਆ ਚੁੱਕਾ ਸੀ। ਇੱਕ ਦਿਨ ਕਰਮਾ ਨਿਹੰਗ ਮੈਨੂੰ ਰਸਤੇ ਵਿੱਚ ਮਿਲ ਪਿਆ। ਥੋੜ੍ਹਾ ਉਦਾਸ ਲੱਗਦਾ ਸੀ। ਪੁੱਛਣ 'ਤੇ ਕਹਿਣ ਲੱਗਾ, ਧਿਆਨਾ ਤੁਹਾਡਾ ਜਮਾਤੀ ਮੇਰਾ ਛੋਟਾ ਭਰਾ, ਮਹੀਨੇ 2 ਮਹੀਨੇ ਤੋਂ ਉਸ ਦੀ ਕੋਈ ਉੱਗ ਸੁੱਗ ਨਹੀਂ ਮਿਲ ਰਹੀ। ਤੂੰ ਤਾਂ ਸ਼ਹਿਰ ਜਾਂਦਾ ਰਹਿੰਦਾ ਹੈ, ਕਾਫੀ ਲੋਕਾਂ ਨਾਲ ਤੇਰੀ ਜਾਣ ਪਛਾਣ ਹੈ, ਉਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰੀਂ। ਮੇਰਾ ਦਿਲ ਤਾਂ ਕੀਤਾ ਕਿ ਮੈਂ ਉਸ ਨੂੰ ਕਹਿ ਦੇਵਾਂ, ਹੁਣ ਚੰਡੀ ਨੂੰ ਧਿਆ, ਆਪਣੀ ਦਿਵ ਦ੍ਰਿਸ਼ਟੀ ਵਰਤੋਂ ਕਰ, ਹਰ 10 ਕਿਲੋਮੀਟਰ ਦੇ ਘੇਰੇ ਵਿੱਚ ਦੇਖ ਕੇ ਸੁਣ ਕੇ 15 ਦਿਨਾਂ ਦੀ ਤਾਂ ਗੱਲ ਆ। ਧਿਆਨਾ ਤੂੰ ਤਾਂ ਆਪ ਹੀ ਲੱਭ ਲੈਣਾ। ਪਰ ਕੌਣ ਆਖੇ ਰਾਣੀਏ ਅੱਗਾ ਢੱਕ, ਖਾੜਕੂ ਲਹਿਰ ਦੇ ਜ਼ੋਰ ਦੌਰਾਨ ਦਰਿਆ ਵਿੱਚ ਰਹਿ ਕੇ ਮਗਰਮੱਛਾਂ ਨਾਲ ਵੈਰ ਪਾਉਣ ਦੀ ਗਲਤੀ ਕੌਣ ਕਰੇ। ਘਰ ਆਏ ਮੁਖੇ ਨਾਲ ਇੱਕ ਦਿਨ ਇਸ ਘਟਨਾ ਦਾ ਜ਼ਿਕਰ ਕੀਤਾ। ਮੈਂ ਸਮਝਦਾ ਸੀ ਕਿ ਸੁਣ ਕੇ ਮੁਖੇ ਦੀਆਂ ਅੱਖਾਂ ਬੰਦ ਖੁੱਲ੍ਹ ਜਾਣਗੀਆਂ, ਪਰੰਤੂ ਨਹੀਂ। ਤਿਲਕਣੇ ਘੜੇ ਤੇ ਪਾਣੀ ਦੀਆਂ ਬੂੰਦਾਂ ਕਦੋਂ ਟਿਕਦੀਆਂ ਹਨ। ਕਰਮੇ ਵਾਸਤੇ ਉਸ ਦੀ ਅੰਨੀ ਸ਼ਰਧਾ ਉਸ ਦੀਆਂ ਗੱਲਾਂ ਤੋਂ ਸਾਫ਼ ਦਿਖਾਈ ਦੇ ਰਹੀ ਸੀ। ਮੁਖੇ ਦੇ ਸਭ ਜਾਣਕਾਰ ਮੁਖੇ ਦੇ ਵਿਚਾਰਾਂ ਵਾਲੇ ਹੀ ਸਨ, ਅਖੌਤੀ ਸਿਆਣਿਆਂ ਦੀਆਂ ਮੋਮੋ ਠਗਣੀਆਂ ਵਿੱਚ ਆਉਣ ਵਾਲੇ। ਕਦੇ ਕਦੇ ਮੈਨੂੰ ਲੱਗਦਾ ਕਿ ਮੁਖਾ ਇੱਕ ਅਜਿਹਾ ਫੁੱਟਬਾਲ ਸੀ ਜੋ ਕਿਸੇ ਘਰੇਲੂ ਮੁਸੀਬਤ ਦੇ ਹੱਲ ਲਈ ਪਹਿਲਾਂ ਮੇਰੇ ਪਾਸ ਆਉਂਦਾ। ਮੈਂ ਉਸ ਨੂੰ ਆਪਣੀ ਅਕਲ ਮੁਤਾਬਕ ਸਲਾਹ ਦੇ ਕੇ ਉਸ ਨੂੰ ਗੋਲਾਂ ਵੱਲ ਭੇਜਦਾ, ਪਰੰਤੂ ਗੋਲ ਹੋਣ ਤੋਂ ਪਹਿਲਾਂ ਹੀ ਉਸ ਦਾ ਕੋਈ ਦੂਸਰਾ ਅੰਧ ਵਿਸ਼ਵਾਸੀ ਜਾਣਕਾਰ ਮੇਰੇ ਨਾਲੋਂ ਵੀ ਵੱਡੀ ਕਿੱਕ ਮਾਰ ਕੇ ਉਸ ਨੂੰ ਕਿਸੇ ਨਾ ਕਿਸੇ ਸਿਆਣੇ ਦੀ ਝੋਲੀ ਵਿੱਚ ਸੁੱਟ ਦਿੰਦਾ। ਮੁਖਾ ਵਿਚਾਰਾ ਕਿੱਕਾਂ ਦਾ ਸ਼ਿਕਾਰ ਹੀ ਹੁੰਦਾ ਰਿਹਾ ਅਤੇ ਕਦੇ ਵੀ ਗੋਲ ਨਾ ਬਣ ਸਕਿਆ। ਇੱਕ ਦਿਨ ਮੁਖਾ ਤਿਆਰ ਹੋ ਕੇ ਸਵੇਰੇ ਹੀ ਘਰ ਆ ਗਿਆ। ਐਤਵਾਰ ਦਾ ਦਿਨ ਸੀ। ਮੈਨੂੰ ਕਹਿੰਦਾ, ਮੇਰੇ ਨਾਲ ਦਰਬਾਰ ਸਾਹਿਬ ਅੰਮ੍ਰਿਤਸਰ ਚੱਲ। ਮੈਨੂੰ ਪਤਾ ਲੱਗਾ ਹੈ ਕਿ ਸੁੱਖੇ ਬਾਰੇ ਇੱਕ ਖਾੜਕੂ ਨੂੰ ਪੂਰੀ ਜਾਣਕਾਰੀ ਹੈ ਕਿ ਉਸ ਨਾਲ ਕੀ ਭਾਣਾ ਵਰਤਿਆ। ਉਹ ਖਾੜਕੂ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਕਮਰੇ ਵਿੱਚ ਰਹਿੰਦਾ ਹੈ। ਚੱਲ ਆਪਾਂ ਉਸ ਨੂੰ ਮਿਲ ਕੇ ਸੁੱਖੇ ਬਾਰੇ ਪਤਾ ਕਰਕੇ ਆਈਏ। ਯਾਰੀ ਦੋਸਤੀ ਵਿੱਚ ਨਾਂਹ ਕਰ ਨਹੀਂ ਸਕਦਾ ਸਾਂ। ਦੋਵੇਂ ਜਾਣੇ ਅਸੀਂ ਪਿੰਡੋਂ ਅੰਮ੍ਰਿਤਸਰ ਲਈ ਚੱਲ ਪਏ। ਬੱਸ ਵਿੱਚ ਬੈਠਣ ਤੋਂ ਬਾਅਦ ਮੈਨੂੰ ਖਿਆਲ ਆਇਆ ਕਿ ਅੱਜ ਮੈਂ ਇੱਕ ਗਲਤੀ ਬੇਧਿਆਨੀ ਹੀ ਕਰ ਬੈਠਾ ਸਾਂ, ਜਿਸ ਦਾ ਨਤੀਜਾ ਬਹੁਤ ਮਾੜਾ ਨਿਕਲ ਸਕਦਾ ਸੀ। ਅੱਜ ਮੇਰੀ ਬੰਨੀ ਹੋਈ ਪੱਗ ਦਾ ਰੰਗ ਖਾਕੀ ਸੀ। ਰੱਬ ਖੈਰ ਕਰੇ। ਅਸੀਂ ਦੋਹਾਂ ਦਰਬਾਰ ਸਾਹਿਬ ਪਹੁੰਚ ਮੱਥਾ ਟੇਕਿਆ। ਖਾੜਕੂਵਾਦ ਕਾਰਨ ਸੰਗਤਾਂ ਦੀ ਗਿਣਤੀ ਘੱਟ ਹੀ ਹੁੰਦੀ ਸੀ। ਲੰਗਰ ਛਕਿਆ ਅਤੇ ਪਰਿਕਰਮਾ ਵਿੱਚ ਬਣੇ ਉਕਤ ਕਮਰੇ ਦਾ ਦਰਵਾਜ਼ਾ ਜਾ ਖੜਕਾਇਆ। ਅੰਦਰੋਂ ਇੱਕ ਸਿੰਘ ਨਿਕਲਿਆ। ਉਸ ਨੇ ਕਿਹਾ, ਜਿਸ ਸਿੰਘ ਨੂੰ ਤੁਸੀਂ ਮਿਲਣਾ ਚਾਹੁੰਦੇ ਹੋ ਉਹ ਅਜੇ ਬਾਹਰ ਗਿਆ ਹੈ, ਥੋੜ੍ਹਾ ਸਮਾਂ ਬਾਹਰ ਬੈਠ ਕੇ ਉਡੀਕ ਕਰ ਲਓ। ਅਸੀਂ ਦੋਵੇਂ ਜਾਣੇ ਕਮਰੇ ਦੇ ਬਾਹਰ ਬੈਠ ਗਏ।
ਕੋਈ ਅੱਧਾ ਪੌਣਾ ਘੰਟਾ ਬੀਤਿਆ ਹੋਵੇਗਾ ਕਿ ਲੋਈ ਦੀ ਬੁੱਕਲ ਮਾਰੀ ਇੱਕ ਸਿੰਘ ਮੁਖੇ ਨੂੰ ਕਹਿਣ ਲੱਗਾ, ਸਿੰਘ ਜੀ ਮੇਰੇ ਨਾਲ ਚੱਲੋ, ਸਾਡੇ ਜਥੇਦਾਰ ਨੇ ਤੁਹਾਨੂੰ ਬੁੰਗੇ ਵਿੱਚ ਬੁਲਾਇਆ ਹੈ। ਮੁਖਾ ਉਸ ਸਿੰਘ ਨਾਲ ਹੋ ਤੁਰਿਆ। ਜਥੇਦਾਰ ਦੇ ਬੁਲਾਵੇ ਦਾ ਦੂਸਰਾ ਹੀ ਅਰਥ ਮੇਰੇ ਕੰਨਾਂ ਵਿੱਚ ਗੂੰਜਣ ਲੱਗਾ। ਕਿਧਰੇ ਇਹ ਬੁਲਾਵਾ ਮੌਤ ਦਾ ਬੁਲਾਵਾ ਹੀ ਨਾ ਬਣ ਜਾਵੇ, ਕਿਉਂਕਿ ਉਸ ਭਿਆਨਕ ਸਮੇਂ ਵਿੱਚ ਕਿਸੇ ਨੂੰ ਵੀ ਪੁਲਿਸ ਦਾ ਮੁਖਬਰ ਕਹਿ ਕੇ ਤਸੀਹੇ ਦੇ ਕੇ ਖਾੜਕੂਆਂ ਵੱਲੋਂ ਹੀ ਮਾਰਿਆ ਜਾ ਰਿਹਾ ਸੀ। ਥੱਕ ਕਾਰਨ ਮੁਖੇ ਤੇ ਵੀ ਮੁਸੀਬਤ ਆ ਸਕਦੀ ਸੀ। ਲੋਈ ਵਾਲੇ ਸਿੰਘ ਨੇ ਮੁਖੇ ਨੂੰ ਹੀ ਕਿਉਂ ਕਾਬੂ ਕੀਤਾ, ਜਦੋਂ ਕਿ ਖਾਕੀ ਪੱਗ ਤਾਂ ਮੈਂ ਬੱਧੀ ਹੋਈ ਸੀ। ਮੈਂ ਤਾਂ ਦੂਰੋਂ ਹੀ ਪੁਲਸੀਆ ਸਮਝਿਆ ਜਾ ਸਕਦਾ ਸਾਂ। ਮੁਖੇ ਨੂੰ ਤਾਂ ਉਹਨਾਂ ਅੱਗੇ ਚੰਗੀ ਤਰ੍ਹਾਂ ਗੱਲ ਵੀ ਨਹੀਂ ਕਰਨੀ ਆਉਣੀ। ਮੈਨੂੰ ਕੁਝ ਕਰਨਾ ਚਾਹੀਦਾ ਹੈ। ਮੁਖੇ ਖਾਤਰ ਮੈਂ ਵੀ ਖਤਰਾ ਮੁੱਲ ਲੈ ਲਿਆ ਅਤੇ ਭੱਜ ਕੇ ਮੁਖੇ ਨੂੰ ਲਿਜਾ ਰਹੇ ਲੋਈ ਵਾਲੇ ਸਿੰਘ ਨਾਲ ਜਾ ਰਲਿਆ। ਲੋਈ ਵਾਲਾ ਸਿੰਘ ਸਾਰੇ ਰਸਤੇ ਬਿਨਾਂ ਕੋਈ ਗੱਲਬਾਤ ਕੀਤੇ ਸਾਨੂੰ ਬੁੰਗੇ ਦੇ ਤਹਿਖਾਨੇ ਵਿੱਚ ਲੈ ਗਿਆ। ਉੱਥੇ ਇੱਕ ਜਥੇਦਾਰ ਨੇ ਸਾਡੇ ਤੇ ਬਹੁਤ ਸਵਾਲ ਜਵਾਬ ਕੀਤੇ। ਚੰਗੇ ਕਰਮਾਂ ਨੂੰ ਸਾਡੇ ਪਾਸ ਸੁੱਖੇ ਦੇ ਕਥਿਤ ਪੁਲਿਸ ਮੁਕਾਬਲੇ ਦੀ ਫੋਟੋ ਵਾਲੀ ਅਖਬਾਰੀ ਕਟਿੰਗ ਮੌਜੂਦ ਸੀ। ਮੈਂ ਉਹ ਕਟਿੰਗ ਜਥੇਦਾਰ ਨੂੰ ਦਿਖਾਈ ਤੇ ਕਿਹਾ, ਸਾਡਾ ਭਰਾ ਤਾਂ ਆਪ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਇਆ ਹੈ। ਅਸੀਂ ਤਾਂ ਉਸ ਨਾਲ ਵਾਪਰੀ ਹੋਣੀ ਬਾਰੇ ਪਤਾ ਕਰਨ ਆਏ ਸੀ, ਜੋ ਸਾਨੂੰ ਲੱਗਦਾ ਸੀ ਕਿ ਉਕਤ ਕਮਰੇ ਵਿੱਚ ਰਹਿਣ ਵਾਲੇ ਖਾੜਕੂ ਸਿੰਘ ਨੂੰ ਪਤਾ ਹੈ। ਜਥੇਦਾਰ ਨੂੰ ਸਾਰੀ ਗੱਲ ਸਮਝ ਆ ਚੁੱਕੀ ਸੀ, ਪਰੰਤੂ ਉਸ ਨੇ ਸਾਨੂੰ ਛੱਡਣ ਵਾਸਤੇ ਕੋਈ ਅਜਿਹਾ ਜਾਣੂ ਪੇਸ਼ ਕਰਨ ਲਈ ਕਿਹਾ ਜੋ ਸਾਨੂੰ ਜਾਣਦਾ ਹੋਵੇ ਅਤੇ ਉਹਨਾਂ ਦੇ ਭਰੋਸੇ ਦਾ ਵੀ ਹੋਵੇ। ਸਾਨੂੰ ਕਮਰੇ ਦੀ ਇੱਕ ਨੁਕਰੇ ਬਿਠਾ ਦਿੱਤਾ ਗਿਆ। ਸਾਡੀ ਚਿੰਤਾ ਵੱਧਦੀ ਜਾ ਰਹੀ ਸੀ। ਅਸੀਂ ਬਥੇਰਾ ਕੋਸ਼ਿਸ਼ ਕੀਤੀ ਕਿ ਸ਼੍ਰੋਮਣੀ ਕਮੇਟੀ ਦਾ ਕੋਈ ਜਾਣੂ ਚੇਤੇ ਆ ਜਾਵੇ, ਪਰੰਤੂ ਮੁਸੀਬਤ ਵੇਲੇ ਕੋਈ ਯਾਦ ਨਹੀਂ ਆ ਰਿਹਾ ਸੀ। ਪਰ ਕਰਮਾਂ ਅੰਦਰ ਬਣੇ ਕਮਰਿਆਂ ਅਤੇ ਤਹਿਖਾਨਿਆਂ ਅੰਦਰੋਂ ਮੁਖਬਰਾਂ ਦੀਆਂ ਬਾਹਰ ਸੁੱਟੀਆਂ ਲਾਸ਼ਾਂ ਮਿਲੀਆਂ, ਜਿਹੜੀਆਂ ਖਬਰਾਂ ਅਖਬਾਰਾਂ ਵਿੱਚ ਉਸ ਸਮੇਂ ਆਮ ਹੀ ਲਿਖੀਆਂ ਹੁੰਦੀਆਂ ਸਨ। ਸਾਡੀਆਂ ਅੱਖਾਂ ਅੱਗੇ ਤਰਨ ਲੱਗੀਆਂ। ਲਾਸ਼ਾਂ ਜੋ ਬੇਪਛਾਣ ਬਣਾ ਦਿੱਤੀਆਂ ਜਾਂਦੀਆਂ ਸਨ। ਹੋ ਸਕਦਾ ਹੈ ਕਿ ਕੱਲ੍ਹ ਪਰਸੋਂ ਦੀਆਂ ਅਖਬਾਰਾਂ ਵਿੱਚ ਸਾਡੀਆਂ ਲਾਸ਼ਾਂ ਵੀ ਖਬਰਾਂ ਬਣ ਜਾਣ, ਸੋਚ ਕੇ ਵੀ ਰੂਹ ਕੰਬ ਰਹੀ ਸੀ। ਭਾਵੇਂ ਕਿ ਸਾਡੇ ਪਿੰਡ ਦੇ ਬਹੁਤ ਸਾਰੇ ਮੁੰਡੇ ਖਾੜਕੂ ਲਹਿਰ ਵਿੱਚ ਸ਼ਾਮਲ ਸਨ, ਪਰ ਅਸੀਂ ਕਿਸੇ ਦਾ ਨਾਂ ਇਸ ਕਰਕੇ ਵੀ ਨਹੀਂ ਲੈਂਦੇ ਸਾਂ ਕਿ ਜੇਕਰ ਨਾਂ ਲਿਆ ਖਾੜਕੂ ਕਿਸੇ ਵਿਰੋਧੀ ਧੜੇ ਦਾ ਹੋਇਆ ਤਾਂ ਮੁਸੀਬਤ ਹੋਰ ਵੱਧ ਸਕਦੀ ਹੈ। ਖਾੜਕੂਆਂ ਵਿਚਲੀ ਗੁੱਟਬੰਦੀ ਜੱਗ ਜ਼ਾਹਰ ਸੀ। ਡਰ ਅਤੇ ਆਉਣ ਵਾਲੀ ਹੋਣੀ ਬਾਰੇ ਸੋਚਦਿਆਂ ਵਕਤ ਬੜੀ ਮੁਸ਼ਕਲ ਨਾਲ ਬੀਤ ਰਿਹਾ ਸੀ। ਤਹਿਖਾਨੇ ਅੰਦਰ ਆਉਣ ਵਾਲੇ ਹਰ ਸਿੰਘ ਨੂੰ ਅਸੀਂ ਬੜੀ ਗੌਰ ਨਾਲ ਵੇਖਦੇ ਕਿ ਕਿਧਰੇ ਸਾਨੂੰ ਹੀ ਜਾਣੂ ਹੀ ਨਿਕਲ ਆਵੇ, ਪਰ ਡਰ ਜਾਂਦੇ ਕਿ ਕਿਧਰੇ ਇਹ ਹੀ ਸਾਡਾ ਕਾਤਲ ਨਾ ਬਣ ਜਾਵੇ। ਸ਼ਾਮ ਪੈ ਗਈ ਹੋਵੇਗੀ। ਤਹਿਖਾਨੇ ਵਿੱਚ ਤਾਂ ਹਨੇਰਾ ਹੋਣ ਕਰਕੇ ਸਮੇਂ ਦਾ ਵੀ ਪਤਾ ਨਹੀਂ ਲੱਗਦਾ ਸੀ। ਜਦੋਂ ਬੰਦੇ ਤੇ ਵਕਤ ਪਿਆ ਹੋਵੇ ਉਦੋਂ ਸਮੇਂ ਦੀ ਕਿਸ ਨੂੰ ਸੋਝੀ ਰਹਿੰਦੀ ਹੈ। ਰੱਬ ਦੀ ਕਰਨੀ ਜਾਂ ਕਹਿ ਲਵੋ ਕਿ ਸਾਡੇ ਚੰਗੇ ਭਾਗੀ ਜਦੋਂ ਇੱਕ ਸਿੰਘ ਦੂਰੋਂ ਆਉਂਦਾ ਦਿਖਾਈ ਦਿੱਤਾ ਤਾਂ ਸਾਡੇ ਚਿਹਰਿਆਂ ਤੇ ਇੱਕਦਮ ਰੌਣਕ ਆ ਗਈ। ਸਾਨੂੰ ਇੰਜ ਲੱਗਾ ਜਿਵੇਂ ਰੱਬ ਨੇ ਮੌਤ ਨੂੰ ਵਾਪਸ ਬੁਲਾ ਕੇ ਇਸ ਸਿੰਘ ਦੇ ਰੂਪ ਵਿੱਚ ਜ਼ਿੰਦਗੀ ਭੇਜ ਦਿੱਤੀ ਹੋਵੇ। ਖੁਸ਼ ਹੋ ਕੇ ਮੁਖਾ ਕਹਿਣ ਲੱਗਾ, ਓਏ ਇਹ ਤਾਂ ਕਰਮੇ ਨਿਹੰਗ ਦਾ ਭਰਾ ਧਿਆਨਾ ਆ, ਹੁਣ ਬਚ ਗਏ ਸਮਝੋ। ਧਿਆਨੇ ਨੇ ਵੀ ਸਾਨੂੰ ਪਹਿਚਾਣ ਲਿਆ ਸੀ। ਜਥੇਦਾਰ ਦੀ ਤਸੱਲੀ ਹੋ ਚੁੱਕੀ ਸੀ। ਸਾਡੀ ਰਿਹਾਈ ਦੇ ਹੁਕਮ ਹੋ ਚੁੱਕੇ ਸਨ। ਤਹਿਖਾਨੇ ਵਿੱਚੋਂ ਬਾਹਰ ਜਾਣ ਤੋਂ ਪਹਿਲਾਂ ਜਥੇਦਾਰ ਨੇ ਸਾਨੂੰ ਇੱਕ ਹੋਰ ਵਾਰਨਿੰਗ ਦਿੱਤੀ, ਜਿਸ ਨੂੰ ਸੁਣ ਕੇ ਲੱਗਾ ਕਿ ਅਸੀਂ ਸੱਪ ਦੇ ਮੂੰਹ ਵਿੱਚੋਂ ਤਾਂ ਬਚ ਚੁੱਕੇ ਸਾਂ, ਪਰੰਤੂ ਕੋੜ ਕਿਰਲੀ ਤੋਂ ਬਚਣਾ ਬਾਕੀ ਸੀ। ਜਥੇਦਾਰ ਨੇ ਕਿਹਾ, ਸਿੰਘੋ ਉਹ ਸਾਹਮਣੇ ਪਾਣੀ ਦੀ ਟੈਂਕੀ ਤੇ CRP ਵਾਲੇ ਮੋਰਚਾ ਲਾਈ ਬੈਠੇ ਹਨ ਅਤੇ ਦੂਰਬੀਨਾਂ ਰਾਹੀਂ ਬੁੰਗੇ ਵਿੱਚ ਹਰ ਆਏ ਗਏ ਤੇ ਨਜ਼ਰ ਰੱਖ ਰਹੇ ਹਨ। ਜਰਾ ਸੰਭਲ ਕੇ ਬਾਹਰ ਨਿਕਲਿਓ। ਖਾੜਕੂਆਂ ਤੋਂ ਤਾਂ ਬਚ ਗਏ,
परंतु जेकर पुलिस दे काबू आ गए, सुनिया पुलिस दा तसद्दत तां खाड़कों तो भी बुरा है। आपे फाथड़िए तैनूं कौन छड़ावे, जान बुझ के आप ही तां मुसीबत सहेड़ी सी। डूमणे नूं जदों हੱਥ पा लिया तां मुसीबतां दा सामना करन वास्ते ਤਿਆਰ भी रहना पैना सी। फैसला किया कि टैंकी वाले पासों ना निकलिया जाए, सगों दूसरे गेटां राहीं अलग अलग निकलिया जाए। बस अड्डे ते इकट्ठे होने का प्रोग्राम बनाया गया। मैं तो बस अड्डे ते पहुँच गया, परंतु जद मुखा ना पहुँचिया दिल नूं धड़कू लगा रहा, किधरे पुलिस दे इड़िके ना आ गया होवे। परंतु उसनूं आउंदियां वेख के जान विच जान आई। पिंड नूं जाण वाली आखिरी बस फड़ी, घर पहुँच के सुख दा साह लिया। जान पाई तां लाखों पाए, लोट के बुद्धू घर को आए। मुखे च एक होर गुण बड़ा जबरदस्त है। मेरे ਅਤੇ उस विचाले पढ़ाई दे पाड़े ਅਤੇ विचारां दी विरोधता नूं ਉਹ यारी दे भारी नहीं होण दिंदा। उस दे सारे पिंड नूं ਇਹ ਭੁਲੇਖਾ है कि ਉਹ मेरे ज़्यादा आखे लगता है, परंतु मैनूं पता है कि उसने हमेशा ही मेरियां गल्लां सुनन वास्ते अपने दोने कन्नां दा भरपूर वरतों कीती। ध्यान नाल सुनन वास्ते नहीं, सगों एक कंन तो सुन के दूसरे कंन राहीं बाहर कड्ढण वास्ते। एक दिन मैं मुखे नूं मिलण उसदे पिंड गया। अगों मुखा कमरे विच चादर दा चंदोआ ताणी बाल्टी विच कुछ रिड़की जा रहा सी। उसने बेशक मैनूं आए नूं वेख लिया सी, पर मूँह विच किसे मंत्र दा जाप करन वास्ते उसने मेरे नाल कोई गल ना कीती। मैं मुखे दी घर दी नूं मुखे तो चोरी हत्थां नाल इशारा करके पुछया कि यह की हो रहा है। मुखे दी वहुटी ने मुखे तो डरदियां मूँहों बोलण दी थां मैनूं भी चुप रहण दा इशारा कीता। मैं वेख्या मुखा बदामां दीयां गिरियां, चारे मगज ਅਤੇ होर ड्राई फ्रूट पा के कूंडे डंडे नाल शरदाई बना रहा सी। जदों शरदाई बन गई ਅਤੇ मंत्रोचार भी बंद हो गया, मुखे ने सारी शरदाई एक डिग्गी विच भरी, ढक्कन बंद किया, मैनू बैठण वास्ते कह के साइकिल फड़ के घरों बाहर आ गया। मुखे दे जाण तो बाद उसदी घर वाली ने इस कर्म कांड बारे मेरे नाल कोई गल साझी ना कीती। उसने कहा, तुसीं आपे ही उसनूं ही पुछ लिओ, जे मैं कोई गल कीती तां मैनू खा मखा ही दबके पै जाने ने कि मैं तुहाडे नाल इस बारे गल क्यों कीती। कुछ समय बाद मुखा घर परतिया, आउंदा ही सुख सांद पुछण लग पिया। घर वाली नूं चाह पानी वास्ते कह के मेरे नाल गल्लीं लग पिया। जदों मैं उसनूं चंदोए बारे शरदाई बारे पुछया तां दुखी हो के कहण लगा, यार तेरे कोलों की लुकिया, वाही तो गुजारा नहीं हुंदा। पिंड दुध वेचना शुरू कीता सी, डंगर बीमार पैण कारण वो भी बंद हो गया। इलाज ते खर्चा होर पै गया। शरीक सानू पिंड च वसन नहीं देना चाहुंदे, सब उन्हां दा ही कीता कराया है। ये तां भला होवे तेरे पिंड वाले करमे निहंग दा। उसने 8 ਐਤਵਾਰ चौपी साहब का पाठ करके सरदा नाल चंदोआ ताण के उस हेठ बदामां दी शरदाई तैयार करके बंबी लागले वरान खूह विच पा के आउण दा उपाय दस्सिया है। वो कहंदा इस खूह विच शहीदां दा निवास है। 3 ਐਤਵਾਰ हो गए, 5 होर रहिंदे हन। औखे सौखे वो भी लंघ ही जाने हन, खौरे दिन सुधर ही जाण। पूरी गल खत्म होने तो बाद सहमति वजों उसने मेरे वल वेख्या, जिसदी उसनूं हमेशा दी तरह भावें आस नहीं लगती सी। एक तेरा काम बंद, डंगरां दे इलाज ते खर्च वखरा, आ तू गिरियां बदामां दा एक होर पंगा लै लिया। हुण तू दस अपने पिंड लागे किहड़ा घल्लूघारा होया जो इत्थे सिंह शहीद होए होण। नाले वो बंबी लागला खूह सालां तो बंद पिया। बरसातां दा पानी जमा होण करके दूरों ही बू मारदा। डड्डूआं मच्छरां दा बसेरा, खूह दीयां दीवारां दीयां खोलां विच गटारां
ਨੇ ਆਲ੍ਹਣੇ ਪਾਏ ਹੋਏ ਆ। ਤੂੰ ਸੋਚ, ਇਹੋ ਜਿਹੇ ਗੰਦੇ ਖੂਹ ਵਿੱਚ ਸ਼ਹੀਦਾਂ ਦਾ ਨਿਵਾਸ ਕਰਨਾ। ਘੜੀ ਪਲ ਲਈ ਮੰਨ ਵੀ ਲਓ ਤੇਰੀ ਸੋਚ ਸੱਚੀ ਆ, ਤਾਂ ਕਿ ਮੈਂ ਇਹ ਮੰਨ ਲਵਾਂ ਕਿ ਬੋ ਮਾਰਦੇ ਗੰਦੇ ਪਾਣੀ ਵਿੱਚ ਸਰਦਾਈ ਮਿਲਾ ਕੇ ਸਿੰਘਾਂ ਨੂੰ ਛਕਾ ਕੇ ਆਇਆ। ਯਾਰ, ਕੋਈ ਅਕਲ ਤੋਂ ਕੰਮ ਲਓ। ਜੇਕਰ ਸ਼ਹਾਦਤ ਕਾਰਨ ਸ਼ਹੀਦਾਂ ਨੂੰ ਬੋ ਮਾਰਦੇ ਗੰਦੇ ਖੂਹ ਵਿੱਚ ਹੀ ਨਿਵਾਸ ਮਿਲਣਾ ਹੈ ਤੇ ਲੱਖ ਲਾਹਨਤ ਤੇਰੀ ਇਹੋ ਜਿਹੀ ਸੋਚ ਦੇ। ਸ਼ਹੀਦਾਂ ਨੂੰ ਤਾਂ ਗੁਰੂ ਦੇ ਚਰਨਾਂ ਵਿੱਚ ਨਿਵਾਸ ਮਿਲਣਾ ਚਾਹੀਦਾ ਸੀ। ਕਿੰਨਾ ਚੰਗਾ ਹੁੰਦਾ ਤੂੰ ਬਦਾਮਾਂ ਵਾਲੀ ਸਰਦਾਈ ਆਪਣੇ ਬੱਚਿਆਂ ਨੂੰ ਪਿਆਈ ਹੁੰਦੀ। ਸੁੱਟ ਆਇਆ ਗੰਦੇ ਬੋ ਮਾਰਦੇ ਪਾਣੀ ਵਿੱਚ। ਮੈਂ ਲਗਾਤਾਰ ਬੋਲ ਕੇ ਆਪਣਾ ਗੁਬਲਾਟ ਕੱਢ ਲਿਆ। ਚਾਹ ਪੀ ਕੇ ਮੈਂ ਤਾਂ ਵਾਪਸ ਆ ਗਿਆ। ਮੈਨੂੰ ਪੱਕਾ ਯਕੀਨ ਸੀ ਇਸ ਵਾਰੀ ਵੀ ਉਸਨੇ ਪਹਿਲਾਂ ਦੀ ਤਰ੍ਹਾਂ ਹੀ ਮੇਰੀਆਂ ਗੱਲਾਂ ਸੁਣਨ ਸਮੇਂ ਦੋ ਕੰਨਾਂ ਦੀ ਵਰਤੋਂ ਹੀ ਕੀਤੀ ਹੋਵੇਗੀ। ਇੱਕ ਕੰਨ ਰਾਹੀਂ ਸੁਣਿਆ, ਦੂਸਰੇ ਰਾਹੀਂ ਬਾਹਰ। ਇਹੋ ਜਿਹਾ ਹੈ ਮੇਰਾ ਮੁੱਖਾ ਯਾਰ। ਹੁਣ ਕਿਧਰੇ ਜਾ ਕੇ ਘਰ ਟੇਕ ਕੇ ਬੈਠਾ ਹੈ। ਵਾਹੀ ਹੈ ਛੋਟੀ ਜਿਹੀ, ਉਮਰ ਢਲ ਚੁੱਕੀ ਹੈ। ਕਮਜ਼ੋਰਾਂ ਦੀ ਜਾਇਦਾਦ ਤੇ ਤਾਕਤਵਰਾਂ ਦੇ ਵੱਲੋਂ ਧੱਕੇ ਨਾਲ ਕੀਤੇ ਕਬਜ਼ੇ ਦਾ ਦਰਦ ਸ਼ਾਇਦ ਅਜੇ ਵੀ ਉਸਦੇ ਸੀਨੇ ਵਿੱਚ ਦਫਨ ਹੈ। ਤਾਂ ਹੀ ਤਾਂ ਉਸ ਨੇ 315 ਬੋਰ ਦੀ ਲਾਇਸੈਂਸੀ ਬੰਦੂਕ ਕਰ ਰੱਖੀ ਹੈ। ਮੁੱਖਾ ਅਜੇ ਵੀ ਕਿਸਮਤ ਨਾਲ ਜੂਝ ਰਿਹਾ ਹੈ, ਪਰੰਤੂ ਹੁਣ ਮੁਸੀਬਤਾਂ ਤੋਂ ਡਰ ਕੇ ਸਿਆਣਿਆਂ ਪਾਸ ਨਹੀਂ ਜਾਂਦਾ। ਸ਼ਾਇਦ ਉਸ ਨੇ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਸਿੱਖ ਲਿਆ ਹੈ। ਆਪਣੇ ਜਵਾਨ ਪੁੱਤਰ ਦੇ ਅਚਾਨਕ ਵਿਛੋੜੇ ਤੋਂ ਬਾਅਦ ਆਪਣੀ ਪੋਤਰੀ ਨੂੰ ਪਾਲ ਰਿਹਾ ਹੈ ਅਤੇ ਪੋਤਰੇ ਦੇ ਜਵਾਨ ਹੋਣ ਦੀ ਉਡੀਕ ਵਿੱਚ ਵਡੇਪੇ ਵਿੱਚ ਵੀ ਹੋਰ ਵੀ ਜਵਾਨ ਹੋ ਕੇ ਵਾਹੀ ਦੇ ਨਾਲ ਨਾਲ ਦੁੱਧ ਵੀ ਵੇਚ ਰਿਹਾ ਹੈ, ਤਾਂ ਜੋ ਫਿਰ ਤੋਂ ਪੋਤਰੀ ਪੋਤਰੇ ਨੂੰ ਪੜ੍ਹਾ ਕੇ ਆਪਣੇ ਵਿਛੜੇ ਪੁੱਤਰ ਦੀਆਂ ਜ਼ਿੰਮੇਵਾਰੀਆਂ ਨੂੰ ਆਪ ਪੂਰੀ ਕਰ ਸਕੇ। ਸਾਲਾ ਮੁਖੇ ਦੀ ਇੱਛਾ ਕਾਮਨਾ ਜ਼ਰੂਰ ਪੂਰੀ ਹੋਵੇ। ਲੇਖਕ ਪ੍ਰਿੰਸੀਪਲ ਮੇਜਰ ਸਿੰਘ, ਆਵਾਜ਼ ਗੁਰਮੁਖ ਸਿੰਘ ਰਾਹੀ, ਨਾਗੋਕੇ।